ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਅਜੀਤ ਵੈਬ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਮਨਜੋਤ ਸਿੰਘ। ਅਜੀਤ ਦੇ ਖਾਸ ਬੁਲੇਟਿਨ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਕਰਦਾ ਹਾਂ। ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਝਾਤ ਮਾਰਦੇ ਅੱਜ ਦੀਆਂ ਖਾਸ ਖਬਰਾਂ ਤੇ। ਗੋਇੰਦਵਾਲ ਸਾਹਿਬ ਵਿਖੇ ਗੈਂਗਵਾਰ ਦੌਰਾਨ 2 ਗੈਂਗਸਟਰ ਹਲਾਕ। ਬੈਂਕ ਨੂੰ ਲੁੱਟਣ ਆਏ ਗਰੋਹ ਦੇ 5 ਮੈਂਬਰ ਕਾਬੂ। ਆਪ ਦੀ ਦੇਸ਼ ਭਰ 'ਚ ਹੋ ਰਹੀ ਬਦਨਾਮੀ ਪਰਨੀਤ ਕੌਰ। ਸੰਸਦ ਮੈਂਬਰ ਰਵਨੀਤ ਬਿੱਟੂ ਨੂੰ ਬੰਬ ਨਾਲ ਉਡਾਉਣ ਦੀ ਧਮਕੀ। ਜੇ ਪੰਜਾਬ ਸਰਕਾਰ ਸਮਰੱਥ ਨਹੀਂ ਤਾਂ ਭਾਰਤ ਸਰਕਾਰ ਨੂੰ ਲੈਣੀ ਪਵੇਗੀ ਪੰਜਾਬ ਨੂੰ ਸੰਭਾਲਣ ਦੀ ਜ਼ਿੰਮੇਵਾਰੀ। ਕੈਪਟਨ। ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ। ਹੁਣ ਖਬਰਾਂ ਵਿਸਥਾਰ ਤੇ ਕੁਝ ਹੋਰ ਅਹਿਮ ਖਬਰਾਂ। ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਵਿਖੇ ਗੈਂਗਵਾਰ ਦੌਰਾਨ 2 ਗੈਂਗਸਟਰ ਹਲਾਕ ਹੋ ਗਏ ਜਦਕਿ ਇੱਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ, ਜਿਸ ਨੂੰ ਸਿਵਲ ਹਸਪਤਾਲ ਤਰਨਤਾਰਨ ਵਿਖੇ ਦਾਖਲ ਕਰਵਾਇਆ ਗਿਆ, ਪਰ ਉਸ ਦੀ ਹਾਲਤ ਖਰਾਬ ਹੋਣ ਕਾਰਨ ਉਸ ਨੂੰ ਅੰਮ੍ਰਿਤਸਰ ਭੇਜ ਦਿੱਤਾ ਗਿਆ। ਜਾਣਕਾਰੀ ਅਨੁਸਾਰ ਗੋਇੰਦਵਾਲ ਸਾਹਿਬ ਜੇਲ੍ਹ ਵਿੱਚ ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਨਾਮਜ਼ਦ ਗੈਂਗਸਟਰ ਮਨਦੀਪ ਸਿੰਘ ਉਰਫ ਤੂਫਾਨ ਪੁੱਤਰ ਹਰਭਜਨ ਸਿੰਘ ਵਾਸੀ ਬਟਾਲਾ, ਗੈਂਗਸਟਰ ਮਨਮੋਹਨ ਸਿੰਘ ਮੋਹਣਾ ਪੁੱਤਰ ਦਰਸ਼ਨ ਸਿੰਘ ਅਤੇ ਕੇਸ਼ਵ ਪੁੱਤਰ ਲਾਲ ਚੰਦ ਵਾਸੀ ਬਠਿੰਡਾ ਉੱਪਰ ਉਹਨਾਂ ਦੇ ਸਾਥੀ ਗੈਂਗਸਟਰਾਂ ਦੇ ਹਮਲਾ ਕਰ ਦਿੱਤਾ। ਇਸ ਘਟਨਾ ਦੌਰਾਨ ਮਨਦੀਪ ਸਿੰਘ ਤੂਫਾਨ ਅਤੇ ਮਨਮੋਹਨ ਸਿੰਘ ਮੋਹਣਾ ਦੀ ਮੌਤ ਹੋ ਗਈ ਜਦਕਿ ਗੈਂਗਸਟਰ ਕੇਸ਼ਵ ਗੰਭੀਰ ਰੂਪ ਵਿੱਚ ਜ਼ਖਮੀ ਹੈ, ਜਿਸ ਦੇ ਸਿਰ ਤੇ ਸੱਟਾਂ ਹਨ। ਬੀਤੀ ਦੇਰ ਰਾਤ ਤਰਨਤਾਰਨ ਨੇੜੇ ਕੋਟਕ ਮਹਿੰਦਰਾ ਬੈਂਕ ਲੁੱਟਣ ਆਏ 5 ਮੈਂਬਰੀ ਗਰੋਹ ਅਸਲਾ ਅਤੇ ਤੇਜ਼ ਮਾਰੂ ਹਥਿਆਰਾਂ ਸਮੇਤ ਕਾਬੂ ਕੀਤੇ ਗਏ। ਇਹਨਾਂ 5 ਆਰੋਪੀ ਗੁਰਮੁਖ ਸਿੰਘ, ਮਨਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਬੋਹੜ ਸਿੰਘ ਅਤੇ ਮਨਦੀਪ ਸਿੰਘ ਵਾਸੀ ਕੈਰੋ ਦੇ ਖਿਲਾਫ ਥਾਣਾ ਸਦਰ ਤਰਨਤਾਰਨ ਪੁਲਿਸ ਨੇ ਮਾਮਲਾ ਦਰਜ ਕਰਕੇ ਅੱਜ ਤਰਨਤਾਰਨ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਹੈ। ਡੀਐਸਪੀ ਸਬ ਡਿਵੀਜ਼ਨ ਸ਼੍ਰੀ ਗੋਇੰਦਵਾਲ ਸਾਹਿਬ ਅਰੁਣ ਕੁਮਾਰ ਸ਼ਰਮਾ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਤਰਨਤਾਰਨ ਨੇੜੇ ਕੋਟਕ ਮਹਿੰਦਰਾ ਬੈਂਕ ਨੂੰ ਲੁੱਟਣ ਆਏ 5 ਦੋਸ਼ੀ ਕਾਬੂ ਕਰਕੇ ਉਹਨਾਂ ਕੋਲੋਂ 2 ਪਿਸਤੌਲ, 6 ਜ਼ਿੰਦਾ ਕਾਰਤੂਸ, 2 ਦਾਤਰ ਅਤੇ 1 ਇਲੈਕਟ੍ਰੋਨਿਕ ਕਟਰ ਵੀ ਬਰਾਮਦ ਕੀਤਾ ਗਿਆ। ਇਹਨਾਂ ਦੋਸ਼ੀਆਂ ਦੀ ਪਹਿਚਾਣ ਕਰ ਲਈ ਗਈ ਹੈ ਅਤੇ ਅੱਜ ਤਰਨਤਾਰਨ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ। ਇੰਸਪੈਕਟਰ ਸਰਦਾਰ ਗੁਰਚਰਨ ਸਿੰਘ SHO ਸਦਰ ਪੁਲਿਸ ਸਟੇਸ਼ਨ ਤਰਨਤਾਰਨ ਨੂੰ ਇੱਕ ਸੀਕ੍ਰੇਟ ਇਨਫੋਰਮੇਸ਼ਨ ਮੌਸੂਲ ਹੋਈ, ਜਿਹਦੇ ਵਿੱਚ ਮੁਖਬਰ ਨੇ ਉਹਨਾਂ ਨੂੰ ਦੱਸਿਆ ਕਿ 5 ਵਿਅਕਤੀ ਨੇ, ਗੁਰਮੁਖ ਸਿੰਘ ਹੈ, ਇੱਕ ਗੋਲੂ ਛੋਟਾ ਨਾਮ ਹੈ ਔਰ ਇੱਕ ਬੋੜ ਸਿੰਘ, ਇੱਕ ਮਨਦੀਪ ਕਾਲਾ। ਇਹ 5 ਬੰਦਿਆਂ ਨੇ ਇੱਕ ਗੈਂਗ ਬਣਾਇਆ ਹੋਇਆ। ਇਹ ਕੀ ਕਰਦੇ ਆ ਵੀ ਬੈਂਕਸ ਵਗੈਰਾ ਦੇ ਵਿੱਚ ਸੰਨਾ ਲਾਉਂਦੇ ਆ, ਲੁੱਟਾਂ ਖੋਹਾਂ ਕਰਦੇ ਆ ਔਰ ਇਹਨਾਂ ਕੋਲ ਇਲੀਸਿਟ ਵੈਪਨਸ ਵੀ ਹੈਗੇ। ਉਸ ਸੀਕ੍ਰੇਟ ਇਨਫੋਰਮੇਸ਼ਨ ਦੇ ਬੇਸਿਸ ਦੇ ਉੱਤੇ ਅਸੀਂ ਫਿਰ ਇੰਸਪੈਕਟਰ ਸਾਹਿਬ ਨੇ ਕੇਸ ਰਜਿਸਟਰ ਕਰਕੇ ਤੇ ਫਰਦਰ ਅਸੀਂ ਜਿਹੜੀ ਕਾਰਵਾਈ ਅਮਲ 'ਚ ਲਿਆਂਦੀ। ਇਹ ਬੈਂਕ ਲੁੱਟਣ ਦੀ ਤਿਆਰੀ ਵਿੱਚ ਸੀਗੇ ਜੀ, ਕਿਉਂਕਿ ਸਾਨੂੰ ਕੱਲ੍ਹ ਸਾਡੇ ਮਾਣਯੋਗ DGP ਸਾਹਿਬ ਪੰਜਾਬ ਦੀਆਂ ਹਦਾਇਤਾਂ ਵੀ ਹੋਈਆਂ ਸੀ। ਰੈਗੂਲਰ ਵੀ ਸਰ ਵੱਲੋਂ ਹਦਾਇਤਾਂ ਆਉਂਦੀਆਂ ਰਹਿੰਦੀਆਂ, ਸੀਨੀਅਰ ਆਫੀਸਰਸ ਵੱਲੋਂ, SSP ਸਾਹਿਬ ਅਦਰ ਵੱਲੋਂ ਅਗੇਂਸਟ ਐਂਟੀ ਸੋਸ਼ਲ ਐਲੀਮੈਂਟਸ ਐਂਡ ਗੈਂਗਸਟਰਿਜ਼ਮ ਦੇ ਖਿਲਾਫ ਬਹੁਤ ਜ਼ਬਰਦਸਤ ਡਰਾਈਵ ਸਟਾਰਟ ਕੀਤੀ ਹੋਈ ਹੈ ਪੰਜਾਬ ਪੁਲਿਸ ਨੇ। ਉਸ ਦੇ ਤਹਿਤ ਅਸੀਂ ਸਾਰੇ SHOs DOs ਅਸੀਂ ਨਾਰਮਲੀ ਆਪਣੀ ਫੀਲਡ ਦੇ ਵਿੱਚ ਰਹਿੰਦੇ ਹਾਂ। ਉਸ ਫੀਲਡ ਦੇ ਵਿੱਚ ਰਹਿਣ ਦਾ ਇਹ ਨਤੀਜਾ ਮਿਲਿਆ ਵੀ ਇਹਨਾਂ ਨੂੰ ਮੁਖਬਰ ਨੇ ਬੜੀ ਵਧੀਆ ਇਨਫੋਰਮੇਸ਼ਨ ਜਿਹੜੀ ਆ ਉਹ ਦਿੱਤੀ ਹੈ। ਉਹਦੇ ਉੱਤੇ ਐਕਟ ਕਰਕੇ ਇਹਨਾਂ ਨੇ ਕੱਲ੍ਹ ਬੈਂਕ ਨੂੰ ਕਾਰਡਨ ਕਰਕੇ, ਜਦੋਂ ਅਸੀਂ ਬੈਂਕ ਨੂੰ ਸਾਰੇ ਨੂੰ ਕਾਰਡਨ ਕਰਾਇਆ, ਕਾਰਡਨ ਕਰਕੇ ਤੇ ਉਹਦੇ ਅੰਦਰੋਂ ਇਹ ਵਿਅਕਤੀ ਪਕੜੇ ਗਏ ਆ ਵਿਦ ਦੇਅਰ ਇਲੀਸਿਟ ਵੈਪਨਸ। ਇਹਨਾਂ ਕੋਲ ਕਟਰ ਸੀ, ਬੈਂਕ ਦੀ ਸੇਫ ਆਲਮੋਸਟ ਕੱਟਣ ਦੀ ਤਿਆਰੀ ਸੀ। ਉਹਦਾ ਜਿਹੜਾ ਡੋਰ ਹੈਗਾ ਉਹਦੇ ਉੱਤੇ ਤੁਹਾਨੂੰ ਪਿਕਸ ਵੀ ਦਿਖਾਉਂਦੇ ਹਾਂ ਕਿ ਸਟਾਰਟ ਕਰਤਾ ਹੋਇਆ ਸੀ ਇਹਨਾਂ ਨੇ ਬੈਂਕ ਨੂੰ ਕੱਟਣਾ, ਪਿੱਛੋਂ ਪਾੜ ਲਾ ਕੇ ਗਏ ਸੀ। ਰਿਆਸਤੀ ਸ਼ਹਿਰ ਨਾਭਾ ਵਿਖੇ ਪਟਿਆਲਾ ਦੇ ਸਾਂਸਦ ਮਹਾਰਾਣੀ ਪਰਨੀਤ ਕੌਰ ਨੇ ਇੱਕ ਧਾਰਮਿਕ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਪਰਨੀਤ ਕੌਰ ਨੇ ਕਿਹਾ ਕਿ ਮਨੀਸ਼ ਸਿਸੋਦੀਆ ਉੱਪਰ ਸ਼ਰਾਬ ਨੀਤੀ ਨੂੰ ਲੈ ਕੇ ਜੋ ਰੇਡ ਕੀਤੀ ਗਈ ਹੈ ਉਸ ਤੇ ਲਗਾਤਾਰ ਆਰੋਪ ਲੱਗ ਰਹੇ ਹਨ। ਦੂਜੇ ਪਾਸੇ ਅਰਵਿੰਦ ਕੇਜਰੀਵਾਲ ਵੱਲੋਂ ਕਿਹਾ ਗਿਆ ਕਿ ਬੜੀ ਮਾਣ ਵਾਲੀ ਗੱਲ ਹੋਵੇਗੀ ਕਿ ਜੇਕਰ ਜੇਲ੍ਹ ਚਲੇ ਜਾਂਦੇ ਹਨ ਤਾਂ ਪਰਨੀਤ ਕੌਰ ਨੇ ਕਿਹਾ ਹੈ ਕਿ ਜੇਕਰ ਜੇਲ੍ਹ ਵਿੱਚ ਜਾ ਕੇ ਸ਼ੋਭਾ ਵੱਧਦੀ ਹੈ ਤਾਂ ਕੇਜਰੀਵਾਲ ਵੀ ਉਹੀ ਕੰਮਾਂ ਵਿੱਚ ਜਾਣਗੇ। ਪਰਨੀਤ ਕੌਰ ਨੇ ਆਪ ਪਾਰਟੀ ਤੇ ਵਾਰ ਕਰਦਿਆਂ ਕਿਹਾ ਹੈ ਕਿ ਆਪ ਪਾਰਟੀ ਬਿਲਕੁਲ ਫੇਲ ਹੋ ਚੁੱਕੀ ਹੈ। ਪੰਜਾਬ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਬਿਲਕੁਲ ਵਿਗੜ ਚੁੱਕੀ ਹੈ, ਪਰ ਜੇਕਰ ਇਹ ਚੰਗੇ ਕੰਮ ਕਰਦੇ ਤਾਂ ਸਾਰੀਆਂ ਪਾਰਟੀਆਂ ਇਹਨਾਂ ਦੇ ਨਾਲ ਹੁੰਦੀ ਅਤੇ ਉਹਨਾਂ ਕਿਹਾ ਹੈ ਕਿ ਆਪ ਪਾਰਟੀ ਦੀ ਕਹਿਣੀ ਅਤੇ ਕਰਨੀ ਵਿੱਚ ਬਹੁਤ ਫਰਕ ਹੈ।
ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਕਿਸ ਤਰ੍ਹਾਂ ਦੇਖਦੇ ਹੋ? 11 ਮਹੀਨਿਆਂ ਦੀਆਂ ਜਿਹੜੀਆਂ ਆਏ ਦਿਨ ਅਤਿਆਚਾਰ ਹੋ ਰਹੇ ਨੇ। बिल्कुल बुरी सरकार है, अनजानी सरकार है और लॉ एंड ऑर्डर का बिल्कुल साडा बहुत ही खराब हालत है। देश भर च इहदी बदनामी हो रही है और मैं इन्ना कहना चाहती हाँ कि जेड़े भी ये काम करना चाहते ने ये जरूर करन। अच्छे कामां लई सारियां सियासी ताकतां इन्हां नूं साथ देणगीआं जे पंजाब दी बेहतरी लई हो। पर तुसीं यही गल देख लो कि कहंदे ने और करदे कुछ होर ने। जे ये तुसीं आम आदमी जिहड़ी क्लिनिक बनाई है, पहले तो इहदा नाम आम आदमी नहीं होना चाहिए क्योंकि ये इन्हां दी पार्टी का नाम है। ठीक है, पार्टी नहीं लगाई जी सदके भगवंत मान जी अपनी फोटो लाण, वो साडे चीफ मिनिस्टर ने, पर पार्टी का नाम नहीं, तुसी गवर्नमेंट के पैसे ला के पार्टी का नाम नहीं ला सकते। यदि सरकारी मुहल्ला क्लिनिक रखन, जो मर्जी रखन। और एक दूजी गल जेड़ी ये 10 करोड़ रखा खाली इन्हां दी दवाइयां और इन्हां दी लई विचों पता नहीं पेंट पॉलिश च किन्ना लाता इन्हां ने, और 30 करोड़ तुसी रखो एडवरटाइजमेंट लई। ये लोकां दा नाजायज़ पैसा दे इस्तेमाल हो रहा। ਲੁਧਿਆਣਾ ਤੋਂ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੂੰ ਅੱਜ ਸਵੇਰੇ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਫੋਨ ਤੇ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਫੋਨ ਵਿਦੇਸ਼ੀ ਨੰਬਰ ਤੋਂ ਆਇਆ ਸੀ। ਰਵਨੀਤ ਸਿੰਘ ਬਿੱਟੂ ਦੇ ਨੇੜਲੇ ਸਾਥੀ ਰਾਜੀਵ ਰਾਜਾ ਨੇ ਦੱਸਿਆ ਹੈ ਕਿ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਉਹਨਾਂ ਨੂੰ ਅਤੇ ਬਿੱਟੂ ਨੂੰ ਅਜਿਹੀਆਂ ਧਮਕੀਆਂ ਆ ਰਹੀਆਂ ਹਨ ਅਤੇ ਇਸ ਸੰਬੰਧੀ ਪੁਲਿਸ ਨੂੰ ਸੂਚਿਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਬਿੱਟੂ ਵੱਲੋਂ ਲਗਾਤਾਰ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਖਿਲਾਫ ਪਿਛਲੇ ਕੁਝ ਦਿਨਾਂ ਤੋਂ ਸਖਤ ਬਿਆਨਬਾਜ਼ੀ ਕੀਤੀ ਜਾ ਰਹੀ ਸੀ। ਰਵਨੀਤ ਸਿੰਘ ਬਿੱਟੂ ਛੱਤੀਸਗੜ੍ਹ ਵਿੱਚ ਕਾਂਗਰਸ ਸੰਮੇਲਨ ਵਿੱਚ ਹਿੱਸਾ ਲੈਣ ਲਈ ਗਏ ਹੋਏ ਹਨ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਭਿਆਨਕ ਹੈ। ਜੇਕਰ ਪੰਜਾਬ ਸਰਕਾਰ ਇਸ ਨੂੰ ਸੰਭਾਲਣ ਦੇ ਸਮਰੱਥ ਨਹੀਂ ਤਾਂ ਭਾਰਤ ਸਰਕਾਰ ਨੂੰ ਜ਼ਿੰਮੇਵਾਰੀ ਲੈਣੀ ਪਵੇਗੀ। ਹਰ ਰੋਜ਼ ਡਰੋਨ ਫੜੇ ਜਾ ਰਹੇ ਹਨ। ਉਹਨਾਂ ਕਿਹਾ ਹੈ ਕਿ ਮੈਨੂੰ ਲੱਗਦਾ ਹੈ ਕਿ ਕੇਂਦਰ ਨੂੰ ਇਹ ਦੇਖਣਾ ਚਾਹੀਦਾ ਹੈ। वेल ये स्टेट क्या कर रही है? लॉ एंड ऑर्डर तो मिस्टर भगवंत मान का है, ये क्या कर रहा है? इसको लॉ एंड ऑर्डर तो इज नॉट सेंट्रल सब्जेक्ट, स्टेट सब्जेक्ट है। लेकिन इसके बावजूद मैं कह रहा हूँ कि अगर इनसे नहीं संभलता तो हमारा बॉर्डर, पंजाब का बॉर्डर और ईस्ट इंडिया का बॉर्डर, पाकिस्तान के साथ उनका संबंध है, जोड़ है। और अगर ये नहीं संभाल सकते तो फिर गवर्नमेंट ऑफ इंडिया को संभालना पड़ेगा। क्या लगता है कि गवर्नमेंट इंडिया को इस पर स्टेप उठाना चाहिए अगर नहीं संभल रहा? क्योंकि डेफिनेटली बिकॉज ड्रोन्स आप इतने बढ़ रहे हैं, इतने हथियार आज एक और आया, डेली आ रहे हैं। ये तो जो पकड़े गए, जो नहीं पकड़े गए वो क्या कहाँ से? और बहुत उनकी, अब जब मैं था उनकी कैपेसिटी छोटी थी, अब इनकी इंड्योरेंस भी ज़्यादा है। मेरे टाइम में तो 7 किलोमीटर जाते थे, लेकिन फिर जिस दिन मैंने छोड़ा उससे एक दिन पहले तकरीबन 42 किलोमीटर तक गए। अब उसकी कैपेसिटी, इंड्योरेंस भी बढ़ गई और कैरिंग कैपेसिटी भी बढ़ गई। हथियार ज़्यादा आ रहे हैं, हेरोइन आ रहा है। तो क्या कर रही है गवर्नमेंट? आई मीन दिस पंजाब गवर्नमेंट से अगर नहीं सुधरता तो ये मुल्क का सवाल है। तो आई थिंक सो सेंटर मस्ट इंटरसीड। ਐਤਵਾਰ ਦੇ ਦਿਨ ਮੂਸਾ ਪਿੰਡ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕ ਸੈਂਕੜਿਆਂ ਦੀ ਤਾਦਾਦ ਵਿੱਚ ਸਿੱਧੂ ਮੂਸੇਵਾਲਾ ਦੀ ਹਵੇਲੀ ਪਹੁੰਚਦੇ ਹਨ ਤੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਨਾਲ ਦੁੱਖ ਸਾਂਝਾ ਕਰਦੇ ਹਨ। ਸਿੱਧੂ ਮੂਸੇਵਾਲਾ ਦੇ ਪਿਤਾ ਸਰਦਾਰ ਬਲਕੌਰ ਸਿੰਘ ਸਿੱਧੂ ਨੇ ਸੰਬੋਧਨ ਕਰਦੇ ਹੋਏ ਕਿਹਾ ਹੈ ਕਿ ਮੈਂ ਤੁਹਾਡਾ ਸਾਰਿਆਂ ਦਾ ਕਰਜ਼ਦਾਰ ਹਾਂ ਜੋ ਇੰਨੇ ਚਿਰ ਤੋਂ ਸਾਡਾ ਸਾਥ ਦੇ ਰਹੇ ਹੋ। ਉਹਨਾਂ ਨੇ ਕਿਹਾ ਹੈ ਕਿ ਸਿੱਧੂ ਮੂਸੇਵਾਲਾ ਨੂੰ ਇਸ ਦੁਨੀਆ ਤੋਂ ਗਏ 10 ਮਹੀਨੇ ਹੋ ਗਏ। ਬੇਸ਼ੱਕ ਭੋਗ ਦੀ ਰਸਮ ਕਰ ਦਿੱਤੀ ਗਈ ਪਰ ਉਸਦੀ ਵਧਾਈ ਮਾਰਚ ਦੇ ਮਹੀਨੇ ਬਰਸੀ ਮਨਾ ਰਹੇ ਹਾਂ ਤੇ ਤੁਸੀਂ ਸਾਰਿਆਂ ਨੇ ਸ਼ਾਮਲ ਹੋਣਾ। ਸਿੱਧੂ ਮੂਸੇਵਾਲਾ ਕੋਈ ਸ਼ੋਅ ਜਾਂ ਲਹਿਰ ਨਹੀਂ ਸੀ, ਉਹ ਇੱਕ ਦੌਰ ਸੀ। ਉਹਨਾਂ ਕਿਹਾ ਹੈ ਕਿ ਪੁੱਤ ਦੇ ਇਨਸਾਫ ਲਈ ਉਹ ਹਰ ਪਾਰਟੀ ਕੋਲ ਗਏ ਹਨ ਤੇ ਮੰਗਤਾ ਬਣਨ ਲਈ ਵੀ ਤਿਆਰ ਨੇ। ਜੇਕਰ ਕਿਤੋਂ ਇਨਸਾਫ ਮਿਲ ਜਾਵੇ ਤਾਂ ਉਹਨਾਂ ਕਿਹਾ ਹੈ ਕਿ ਮੇਰਾ ਪੁੱਤ ਅੱਜ ਵੀ ਇਨਸਾਫ ਮੰਗ ਰਿਹਾ। ਉਹਨਾਂ ਕਿਹਾ ਹੈ ਕਿ ਅੰਤਿਮ ਅਰਦਾਸ ਵਾਲੇ ਦਿਨ ਤੁਹਾਡੇ ਨਾਲ ਹੋਰ ਵੀ ਗੱਲਾਂ ਸਾਂਝੀਆਂ ਕਰਾਂਗੇ ਤੇ ਉਸ ਤੋਂ ਬਾਅਦ ਇਨਸਾਫ ਲਈ ਚੱਲਾਂਗੇ। ਇਹ ਤਾਂ ਉਹੀ
ਸਮਝ ਸਕਦਾ ਹੈ ਜਿਹਦੇ ਬੀਤੀ ਹੈ, ਜਾਂ ਤੁਸੀਂ ਸਮਝ ਸਕਦੇ ਹੋ ਜਿਨ੍ਹਾਂ ਦੇ ਮਨ ਦੇ ਵਿੱਚ ਦਰਦ ਹੈ। ਇੰਨੀ ਗਰਮੀ ਦੇ ਵਿੱਚ ਵੀ ਤੁਸੀਂ ਆਉਂਦੇ ਹੋ, ਸਮਾਂ ਇੰਨਾ ਕੱਢਦੇ ਹੋ, ਮੇਰਾ ਸਿਰ ਝੁਕਦਾ ਤੁਹਾਡੇ ਸਾਹਮਣੇ। ਦਾਸ ਦੀ ਇੰਨੀ ਹਿੰਮਤ ਹੈ ਨਹੀਂ ਸੀ ਵੀ ਮੈਂ ਇੱਥੋਂ ਤੱਕ ਪਹੁੰਚ ਜਾਂਦਾ, ਪਰ ਤੁਹਾਡੇ ਕੋਲੋਂ ਮਿਲਿਆ ਗਿਆ। ਮੈਂ ਜਿੱਥੇ ਕਿਤੇ ਵੀ ਜਾਣਾ, ਜਿਹੜੀ ਛੋਟੀ ਜਿਹੀ ਇਹਨਾਂ ਦੇ ਉੱਤੇ ਸਿੱਧੂ ਦਾ ਪ੍ਰਭਾਵ ਨੋਟ ਕਰਦਾ। ਬੱਚੇ ਪੱਕਾ ਬਣ ਕੇ ਮੇਰੇ ਸਾਹਮਣੇ ਆਉਂਦੇ ਆ, ਆਸ਼ੀਰਵਾਦ ਲੈਂਦੇ ਆ। ਮੈਂ ਕੇਸ ਵੀ ਰੱਖੂੰਗਾ, ਮੈਂ ਪੱਗ ਬੰਨ੍ਹਣ ਲੱਗ ਗਿਆ ਤਾਂ ਮੈਨੂੰ ਲੱਗਦਾ ਪੁੱਤ ਦੀ ਕਮਾਈ ਥੋੜ੍ਹਾ ਬਹੁਤਾ ਰੰਜਤਾ ਦਿਖਾ ਰਹੀ ਹੈ। ਦੂਜਾ ਸਰੀਰਕ ਤੌਰ 'ਤੇ ਉਹਦੀ ਜਿਹੜੀ ਵੱਡੀ ਘਾਟ ਹੈ ਉਹਨੂੰ ਤਾਂ ਪੂਰਾ ਨਹੀਂ ਕਰ ਸਕਦੇ, ਪਰ ਜਿੱਦਾਂ ਬੱਚੇ ਨੇ ਲਿਖਿਆ, ਸਿੱਧੂ ਲਹਿਰ ਨਹੀਂ ਸੀ, ਗੈਰ ਨਹੀਂ ਸੀ, ਸਿੱਧੂ ਇੱਕ ਦੌਰ ਸੀ ਜੋ ਚੱਲਿਆ। ਪੰਜਾਬ ਵਿੱਚ ਕਾਨੂੰਨੀ ਵਿਵਸਥਾ ਦਿਨੋਂ ਦਿਨ ਵਿਗੜਦੀ ਜਾ ਰਹੀ ਹੈ। ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਇਸ ਨੂੰ ਕੰਟਰੋਲ ਕਰਨ ਵਿੱਚ ਫੇਲ ਸਾਬਤ ਹੋ ਰਹੀ ਹੈ। ਅੱਜ ਬਠਿੰਡਾ ਦੇ ਅਮਰਪੁਰਾ ਬਸਤੀ ਵਿੱਚ ਤਕਰੀਬਨ 15-20 ਅਵਾਰਾਗਰਦੀ ਕਰ ਰਹੇ ਲੜਕਿਆਂ ਵੱਲੋਂ 3 ਜਗ੍ਹਾ ਤੇ ਭੰਨ ਤੋੜ ਕੀਤੀ ਗਈ ਹੈ। ਅਵਾਰਾਗਰਦੀ ਕਰ ਰਹੀ ਮੰਡੀਰ ਵੱਲੋਂ ਇੱਕ ਦੁਕਾਨ ਵਿੱਚ ਵੜ ਕੇ ਉਸ ਦੀ ਭੰਨ ਤੋੜ ਕੀਤੀ ਗਈ ਹੈ। ਉਸ ਵਿੱਚ ਪਿਆ ਸਮਾਨ ਚੋਰੀ ਕਰ ਲਿਆ ਗਿਆ। ਹੋਰ ਵੀ 2 ਘਰਾਂ ਵਿੱਚ ਵੜ ਕੇ ਸਮਾਨ ਦੀ ਭੰਨ ਤੋੜ ਕੀਤੀ ਗਈ ਹੈ। ਸਕੂਟਰ, ਮੋਟਰਸਾਈਕਲ ਵੀ ਤੋੜੇ ਗਏ ਅਤੇ ਕੁਝ ਸਮਾਨ ਨੂੰ ਵੀ ਅੱਗ ਲਾਈ ਗਈ ਹੈ। ਇਸ ਵਿੱਚ ਇੱਕ ਲੜਕੇ ਦੇ ਜ਼ਖਮੀ ਹੋਣ ਦੀ ਵੀ ਗੱਲ ਸਾਹਮਣੇ ਆਈ ਹੈ, ਜਿਹੜਾ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਦੱਸਿਆ ਜਾ ਰਿਹਾ। ਮੁਹੱਲਾ ਵਾਸੀਆਂ ਨੇ ਪੁਲਿਸ ਤੇ ਵੀ ਦੋਸ਼ ਲਾਏ ਕਿ ਇੱਥੇ ਹਰ ਰੋਜ਼ ਗੁੰਡਾਗਰਦੀ ਹੁੰਦੀ ਹੈ, ਪਰ ਇਹਨਾਂ ਨੂੰ ਰੋਕਣ ਵਿੱਚ ਪੁਲਿਸ ਫੇਲ ਸਾਬਤ ਹੋ ਰਹੀ ਹੈ। ਮੇਰਾ ਨਾਮ ਪ੍ਰਦੀਪ ਸਿੰਘ ਹੈ ਤੇ ਮਾਮਲਾ ਇਹ ਹੋਇਆ ਕਿ ਸਾਨੂੰ ਤਾਂ ਪਤਾ ਨਹੀਂ ਵੀ ਕੀ ਗੱਲਬਾਤ ਹੋਈ ਹੈ, ਕੀ ਝਗੜਾ ਲੜਾਈ ਹੋਈ ਹੈ। ਤੇ ਸਵੇਰੇ ਆ ਕੇ ਸਾਨੂੰ ਪਤਾ ਲੱਗਿਆ ਕਿ ਦੁਕਾਨ ਟੁੱਟ ਗਈ, ਅੰਦਰੋਂ ਤਾਲੇ ਤੁਲੇ ਤੋੜ ਕੇ ਤੇ ਅੰਦਰੋਂ ਸਮਾਨ ਕੱਢ ਲਿੱਤਾ ਗਿਆ, ਜਿਹਦੇ ਵਿੱਚੋਂ 5-7 ਲੱਖ ਦਾ ਸਮਾਨ ਸੀਗਾ। ਕੈਸ਼ ਤਾਂ ਇੰਨਾ ਹੈ ਨਹੀਂ ਸੀ, ਥੋੜਾ ਬਹੁਤ ਕੈਸ਼ ਸੀਗਾ। ਤੇ ਲੜਾਈ ਦਾ ਮਾਮਲਾ ਇਹ ਹੈ ਕਿ ਸਾਡਾ ਜਿਹੜਾ ਮੁੰਡਾ ਬੈਠਦਾ ਇੱਥੇ, ਸੈਮ ਨਾਮ ਹੈ, ਸੰਦੀਪ ਸਿੰਘ ਸੈਮ, ਉਹ ਕਿਸੇ ਮੁੰਡਿਆਂ ਨਾਲ ਸੀਗਾ ਜਿਨ੍ਹਾਂ ਦੀ ਲੜਾਈ ਹੋਈ ਸੀ। ਉਹਨਾਂ ਨੂੰ ਐਂ ਲੱਗਦਾ ਸੀ ਵੀ ਸੈਮ ਦੀ ਦੁਕਾਨ ਹੈ, ਕਿਉਂਕਿ ਨਾਮ ਜਿਹੜਾ ਸੈਮ ਕਲੈਕਸ਼ਨ ਤੇ ਪਾਇਆ ਹੋਇਆ, ਲਿੰਕ ਉਹਦੇ ਜ਼ਿਆਦਾ, ਤਾਂ ਉਹਦੇ ਨਾਮ ਤੇ ਅਸੀਂ ਦੁਕਾਨ ਪਾਈ ਸੀ ਤਾਂ ਕਿ ਲੋਕਾਂ ਨੂੰ ਲੱਗੇ ਉਹਦੀ ਦੁਕਾਨ ਹੈ ਤੇ ਲੋਕ ਆਣ। ਉਹ ਚੱਕਰ ਸੀ ਤੇ ਉਹਨਾਂ ਨੂੰ ਲੱਗਿਆ ਸੈਮ ਦੀ ਦੁਕਾਨ ਹੈ ਤੇ ਉਹ ਫਿਰ ਟੁੱਟ ਭੱਜ ਕਰ ਗਏ। ਉਹਦੀ ਨੁਕਸਾਨ ਆਪਣਾ 5-7 ਲੱਖ ਦੇ ਆਸ-ਪਾਸ ਮਾਲ ਸੀ, ਜਿਹੜਾ ਕੱਢ ਕੇ ਲੈ ਗਏ। ਕੁਛ ਸ਼ੀਸ਼ੇ ਲਾ ਲਓ, ਇਹ ਸਾਰਾ ਕੁਝ ਤੋੜਤਾ ਇਨਕਲੂਡ ਕਰਕੇ 5-7 ਲੱਖ ਦਾ। ਪੁਲਿਸ ਆ ਗਈ ਹੈ? ਪੁਲਿਸ ਨੂੰ ਸੂਚਨਾ ਦਿੱਤੀ ਹੈ ਜੀ। ਉਹਨਾਂ ਨੇ ਐਂ ਕਿਹਾ ਵੀ 2 ਵਜੇ ਤੱਕ ਅਸੀਂ ਆਵਾਂਗੇ ਬਿਆਨ ਲਿਖਾਉਣ, ਤੇ ਜਿਹੜਾ ਸੈਮ ਮੁੰਡਾ ਹੈ ਉਹਦੇ ਬਿਆਨ ਉਹਦੇ ਵਿੱਚ ਇਨਕਲੂਡ ਕਰ ਲਾਂਗੇ ਜਿਹੜਾ ਉਹਨਾਂ ਦੀ ਲੜਾਈ ਝਗੜਾ ਹੋਇਆ ਹੈ। ਅਸੀਂ ਤਾਂ ਵੈਸੇ ਅਲੱਗ ਰਿਪੋਰਟ ਕਰਵਾਉਣਾ ਚਾਹੁੰਦੇ ਸੀ। ਰਾਤ ਕੁਛ ਦੇਰ ਝਗੜਾ ਹੋਇਆ ਹੈ ਇੱਥੇ 2 ਧਿਰਾਂ ਦੇ ਵਿੱਚ, ਤੇ ਉਹਦੇ ਚੋਂ 3 ਬੰਦੇ ਦਾਖਲ ਨੇ ਹਸਪਤਾਲ, ਤੇ ਉਹਦੇ 'ਚ ਅਸੀਂ ਵੈਰੀਫਾਈ ਕਰਕੇ ਜੋ ਕਾਨੂੰਨੀ ਕਾਰਵਾਈ ਕਰ ਰਹੇ ਹਾਂ। ਉਹਨਾਂ ਦਾ ਕਹਿਣਾ ਜੀ ਕਿ ਪੁਲਿਸ ਨੂੰ ਬਾਰ-ਬਾਰ ਇਤਲਾਹ ਦੇਣ ਦੇ ਵੀ ਮੌਕੇ ਤੇ ਪੁਲਿਸ ਬਹੁਤ ਲੇਟ ਪਹੁੰਚੀ। ਇਹ ਨਹੀਂ ਹੋ ਸਕਦਾ ਜੀ। ਇੱਕ ਪਹਿਲਾਂ ਸਾਡੇ ਕੋਲੇ ਝਗੜਾ ਸੀਗਾ ਹਰਵੰਸ ਨਗਰ ਦਾ, ਸਾਡੀ ਪਾਰਟੀ ਉੱਥੇ ਸੀਗੀ, ਜਦੋਂ ਪਤਾ ਲੱਗਿਆ ਤੁਰੰਤ ਇੱਥੇ ਪਹੁੰਚ ਗਈ। ਸਾਡੀ PCR ਵੀ ਉਸੇ ਟਾਈਮ ਪਹੁੰਚ ਗਈ। ਹੁਣ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਏਗੀ? ਬਸ ਉਹਨਾਂ ਦੀਆਂ ਸਟੇਟਮੈਂਟਾਂ ਲਵਾਂਗੇ, ਮੌਕਾ ਦੇ ਕੇ ਜੋ ਕਾਰਵਾਈ ਕਾਨੂੰਨੀ ਬਣਦੀ ਹੋਈ ਕਰਾਂਗੇ। RSS ਨਾਲ ਜੁੜੇ ਫਰੀਦਕੋਟ ਦੇ ਇੱਕ ਵਿਅਕਤੀ ਤੋਂ ਧਮਕੀ ਦੇ ਕੇ 10 ਲੱਖ ਰੁਪਏ ਦੀ ਮੰਗ ਕਰਨ ਵਾਲੇ 2 ਵਿਅਕਤੀਆਂ ਨੂੰ ਪੁਲਿਸ ਨੇ ਜਾਲ ਵਿਛਾ ਕੇ ਉਸ ਵੇਲੇ ਕਾਬੂ ਕਰ ਲਿਆ, ਜਦ ਉਹ ਫਰੌਤੀ ਦੀ ਰਕਮ ਵਸੂਲ ਕਰਨ ਲਈ ਫਰੀਦਕੋਟ ਪੁੱਜ ਗਏ। ਅਤੇ ਇਹਨਾਂ ਤੋਂ ਕੀਤੀ ਪੁੱਛਗਿੱਛ ਤੋਂ ਸਾਹਮਣੇ ਆਇਆ ਕਿ ਇਸ ਸਾਰੇ ਘਟਨਾਕ੍ਰਮ ਪਿੱਛੇ ਲੁਧਿਆਣਾ ਨਿਵਾਸੀ ਇੱਕ ਸੁਨਿਆਰੇ ਦਾ ਕੰਮ ਕਰਨ ਵਾਲਾ ਵਿਅਕਤੀ ਹੈ, ਜਿਸ ਦੀ ਗ੍ਰਿਫਤਾਰੀ ਲਈ ਪੁਲਿਸ ਟੀਮ ਵੱਲੋਂ ਛਾਪੇਮਾਰੀ ਵੀ ਕੀਤੀ ਗਈ, ਪਰ ਮੌਕੇ ਤੋਂ ਉਹ ਫਰਾਰ ਹੋ ਗਿਆ। ਉੱਥੇ ਇਸ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕਰਨ ਗਈ ਟੀਮ ਦੇ ਕੰਮ 'ਚ ਵਿਘਨ ਪਾਉਣ ਦੇ ਇਲਜ਼ਾਮਾਂ 'ਚ ਸੁਨਿਆਰੇ ਦੇ ਭਰਾ ਖਿਲਾਫ ਵੀ ਮਾਮਲਾ ਦਰਜ ਕਰ ਲਿਆ ਗਿਆ ਹੈ। DSP ਜਸਮੀਤ ਸਿੰਘ ਮੁਤਾਬਕ ਗ੍ਰਿਫਤਾਰ ਕੀਤੇ ਗਏ ਦੋਨੋਂ ਵਿਅਕਤੀ ਵੀ ਲੁਧਿਆਣੇ ਦੇ ਹੀ ਰਹਿਣ ਵਾਲੇ ਹਨ, ਜਿਨ੍ਹਾਂ ਨੂੰ ਮਾਣਯੋਗ ਅਦਾਲਤ 'ਚ ਅੱਜ ਪੇਸ਼ ਕਰ ਪੁਲਿਸ ਰਿਮਾਂਡ ਤੇ ਲਿਆ ਜਾਵੇਗਾ ਅਤੇ ਹੋਰ ਡੂੰਘਾਈ ਨਾਲ ਪੁੱਛਗਿੱਛ ਕਰ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਹਨਾਂ ਜੀ ਸਾਨੂੰ ਇੱਕ ਸਾਡੇ ਜਿਹੜਾ ਮੁਖਬਰ ਖਾਸ ਉਹਨੇ ਜਾਣਕਾਰੀ ਦਿੱਤੀ ਸੀ ਕਿ ਕੁਝ 3 ਵਿਅਕਤੀ ਹੈਗੇ ਨੇ ਜਿਹੜੇ ਕਿ ਫਰੌਤੀਆਂ ਮੰਗਣ ਵਾਲਿਆਂ ਦੇ ਨਾਲ ਕੰਮ ਕਰਦੇ ਨੇ, ਤੇ ਉਹ ਅੱਜ ਇੱਕ ਜਗ੍ਹਾ ਤੇ ਇੱਕ ਬੰਦੇ ਕੋਲ ਉਹਨਾਂ ਨੇ ਫਰੌਤੀ ਮੰਗੀ ਹੋਈ ਹੈ, ਉੱਥੇ ਆ ਕੇ ਤੇ ਫਰੌਤੀ ਕਲੈਕਟ ਕਰਨ ਆ ਰਿਹਾ।
ਜਿਸ ਦੇ ਚੱਲਦੇ ਅਸੀਂ ਫਿਰ ਇਸ ਦਾ ਇੱਕ ਪਰਚਾ ਦਰਜ ਕੀਤਾ ਹੈ ਅਤੇ ਉਹ ਤਿੰਨਾਂ 'ਚੋਂ ਜਿਹੜੇ 2 ਬੰਦੇ ਅਸੀਂ ਫਿਰ ਫੜ ਲਏ ਸੀ, ਜਿਨ੍ਹਾਂ ਦਾ ਇੱਕ ਦਾ ਨਾਮ ਰਿੰਕੂ ਆ, ਦੂਸਰੇ ਦਾ ਨਾਮ ਸੁਰੇਸ਼ ਹੈ। ਦੋਵੇਂ ਜਾਣੇ ਇੱਕ ਲੁਧਿਆਣੇ ਦੇ ਰਹਿਣ ਵਾਲੇ ਨੇ। ਤਾਂ ਉਸ ਤੋਂ ਬਾਅਦ ਅਸੀਂ ਜਿਹਨੂੰ ਕਿ ਅੱਗੇ ਤਫਤੀਸ਼ ਕਰ ਰਹੇ ਹਾਂ ਅਤੇ ਉਹਦੇ 'ਚ ਚੱਲਦੇ ਅਸੀਂ ਇੱਕ ਬੰਦਾ ਹੋਰ ਜਿਹਨੂੰ ਕਿ ਕਹਿੰਦੇ ਆ ਨੋਮੀਨੇਟ ਉਹਦੇ 'ਚ ਕੀਤਾ ਹੈਗਾ, ਜਿਹਦਾ ਨਾਮ ਕਿ ਮੁੰਨਾ ਚੌਹਾਨ ਹੈ। ਕਿਉਂਕਿ ਕੱਲ੍ਹ ਸਾਡੀ ਟੀਮ ਜਦੋਂ ਇਹਨਾਂ ਨੂੰ ਫੜ ਕੇ ਅਸੀਂ ਪਿੱਛੇ ਨੂੰ ਚੱਲੇ ਗਏ ਕਿੱਥੋਂ ਮਾਰੇ ਪੈਸੇ ਜਾਂ ਕਿਹਨੇ ਮੰਗਾਏ ਨੇ, ਅਤੇ ਅਸੀਂ ਇਹਨਾਂ ਤੱਕ ਗਏ ਅਤੇ ਇਹਨਾਂ ਨੇ ਸਾਡੇ ਵਿੱਚ ਕੰਮ ਦੇ ਵਿੱਚ ਤੇ ਹੈਗੇ ਹੀ ਸੀ, ਅਤੇ ਨਾਲੇ ਫਿਰ ਸਾਡੇ ਜਦੋਂ ਗਏ ਉਹਦੇ ਕੰਮ 'ਚ ਰੁਕਾਵਟ ਵੀ ਪਾਈ ਉਹਨਾਂ ਦੇ ਨਾਲ, ਯਾਨੀ ਕਿ ਉਹਨਾਂ ਨੂੰ ਆਪਣਾ ਪੂਰਾ ਸਰਕਾਰੀ ਕੰਮ ਕਰਨ ਤੋਂ ਰੋਕਿਆ ਪੂਰਾ ਉਹਨਾਂ ਨੇ। ਸਰ ਹੁਣ ਕੀ ਫਰਦਰ ਕਾਰਵਾਈ? ਫਰਦਰ ਜੀ ਅਸੀਂ ਦੇਖ ਰਹੇ ਹਾਂ ਕਿ ਪੈਸੇ ਅਲਟੀਮੇਟਲੀ ਕਿੱਦਾਂ ਕਲੈਕਟ ਕਰਦੇ ਨੇ ਅਤੇ ਕਿੱਥੇ ਜਾਂਦੇ ਨੇ, ਉਹ ਹੁਣ ਉਸ ਦੀ ਬਾਰੇ ਤਫਤੀਸ਼ ਚੱਲ ਰਹੀ ਹੈ। ਕੇਰਲ ਦੇ ਵਾਇਨਾਡ ਹਲਕੇ ਤੋਂ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਛੱਤੀਸਗੜ੍ਹ ਦੇ ਰਾਏਪੁਰ 'ਚ ਪਾਰਟੀ ਦੇ ਚੱਲ ਰਹੇ 85ਵੇਂ ਸੈਸ਼ਨ 'ਚ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਉਹਨਾਂ ਨੇ ਆਪਣੀ ਹੁਣੇ ਸਮਾਪਤ ਹੋਈ ਭਾਰਤ ਜੋੜੋ ਯਾਤਰਾ ਦੌਰਾਨ ਸਮਾਜ ਦੇ ਸਾਰੇ ਵਰਗਾਂ ਦੇ ਲੋਕਾਂ ਨਾਲ ਮੁਲਾਕਾਤ ਕਰਕੇ ਬਹੁਤ ਕੁਝ ਸਿੱਖਿਆ ਹੈ ਅਤੇ ਉਹਨਾਂ ਕਿਹਾ ਹੈ ਕਿ ਮੈਂ ਕੰਨਿਆ ਕੁਮਾਰੀ ਤੋਂ ਕਸ਼ਮੀਰ ਤੱਕ ਆਪਣੇ ਦੇਸ਼ ਲਈ ਚੱਲਿਆ। ਯਾਤਰਾ ਦੌਰਾਨ ਮੇਰੇ ਅਤੇ ਪਾਰਟੀ ਦੇ ਹੋਰ ਨੇਤਾਵਾਂ ਨਾਲ ਹਜ਼ਾਰਾਂ ਲੋਕ ਜੁੜੇ। ਮੈਂ ਕਿਸਾਨਾਂ ਦੀਆਂ ਸਾਰੀਆਂ ਸਮੱਸਿਆਵਾਂ ਸੁਣੀਆਂ ਅਤੇ ਉਹਨਾਂ ਦੇ ਦਰਦ ਨੂੰ ਸਮਝਿਆ। नरेंद्र मोदी जी ने बीजेपी के 15-20 लोगों के साथ जाकर लाल चौक पे तिरंगा फहराया। भारत जोड़ो यात्रा ने लाखों कश्मीरी युवाओं के हाथ से तिरंगा फहराया। प्रधानमंत्री को फर्क नहीं समझ आया। हमने हिंदुस्तान की भावना, इस झंडे की भावना जम्मू कश्मीर के युवाओं के अंदर डाल दी। आपने अपने झंडे की भावना जम्मू कश्मीर के युवाओं से छीन ली। यह फर्क है हम में और आप में। ਥਾਣਾ ਨਹੀਂਵਾਲਾ ਦੀ ਪੁਲਿਸ ਵੱਲੋਂ ਮੈਡੀਕਲ ਜਾਂਚ ਕਰਵਾਉਣ ਲਈ ਸਥਾਨਕ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ ਇੱਕ ਹਵਾਲਾਤੀ ਹਸਪਤਾਲ ਦੇ ਵਾਰਡ 'ਚੋਂ ਰਫੂ ਚੱਕਰ ਹੋ ਗਿਆ। ਕਥਿਤ ਦੋਸ਼ੀ ਨੂੰ ਨਸ਼ਾ ਅਤੇ ਪੁਲਿਸ ਪਾਰਟੀ ਤੇ ਹਮਲਾ ਕਰਨ ਦੇ ਮਾਮਲੇ 'ਚ ਕਾਬੂ ਕੀਤਾ ਗਿਆ ਸੀ। ਥਾਣਾ ਨਹੀਂਵਾਲਾ ਦੇ ਮੁਖੀ ਨੇ ਕੁਝ ਵੀ ਦੱਸਣ ਤੋਂ ਚੁੱਪੀ ਵੱਟੀ ਤੇ ਕਿਹਾ ਹੈ ਕਿ ਜਾਂਚ ਕੀਤੀ ਜਾ ਰਹੀ ਹੈ। ਇਸੇ ਅਜੀਤ ਦਾ ਵਿਸ਼ੇਸ਼ ਬੁਲਟਨ ਕੱਲ ਨੂੰ ਫਿਰ ਤੋਂ ਹਾਜ਼ਰ ਹੋਵਾਂਗੇ ਇਸ ਸਮੇਂ ਕੱਲ ਦੀਆਂ ਤਾਜ਼ਾ ਖਬਰਾਂ ਦੇ ਨਾਲ। ਤੇ ਹੁਣ ਲਈ ਦੋ ਸਾਨੂੰ ਇਜਾਜ਼ਤ, ਬਣੇ ਰਹੋ ਅਜੀਤ ਵੈਬ ਟੀਵੀ ਦੇ ਨਾਲ।